ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲਹਿ ਪ੍ਰਾਣੀਆ। ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮਨਾ ਜਾਣੀਐ ਵੱਡਾ ਬੇਪਰਵਾਹੋ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿ ਸਾਹੋ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸਹੁ ਗੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਿਮਰਹਿ ਥੂਲ ਸੂਖਮ ਸਭ ਜਨਤਾ, ਸਿਮਰਹਿ ਸਿੱਧ ਸਾਧਕ ਹਰ ਮੰਤਾ। ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਧਨਾ। ਸਿਮਰਹਿ ਥੂਲ ਸੂਖਮ ਸਭ ਜਨਤਾ,
ਸਿਮਰਹਿ ਸਿਧ ਸਾਧਕ ਹਰ ਮੰਤਾ। ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ। ਸਗਲ ਭਵਨ ਕਾ ਪ੍ਰਭ ਧਨਾ। ਸਿਮਰਹਿ ਨਰ ਨਾਰੀ ਆਸਰਮਾ। ਸਿਮਰਹਿ ਜਾਤ ਜੋਤ ਸਭ ਵਰਨਾ। ਸਿਮਰਹਿ ਗੁਣੀ ਚਤੁਰ ਸਭ ਬੇਤੇ। ਸਿਮਰਹਿ ਰੈਣੀ ਹਰ ਦਿਨਾ। ਸਿਮਰਹਿ ਘੜੀ ਮੂਰਤ ਪਲ ਨਿਮਖਾ। ਸਿਮਰਹਿ ਕਾਲ ਅਕਾਲ ਸੁਚ ਸੋਚਾ। ਸਿਮਰਹਿ ਸੌਣ ਸ਼ਾਸਤਰ ਸੰਜੋਗਾ। ਅਲਖ ਨ ਲਖੀਐ ਇਕ ਖਿਨਾ। ਕਰਨ ਕਰਾਵਨ ਹਾਰ ਸੁਆਮੀ। ਸਗਲ ਘਟਾ ਕੇ ਅੰਤਰ ਜਾਮੀ। ਕਰ ਕਿਰਪਾ ਜਿਸ ਭਗਤੀ ਲਾਭ ਹੋ। ਜਨਮ ਪਦਾਰਥ ਸੋ ਦਿਨਾ ਜਿਨਾ। ਕਰਨ ਕਰਾਵਨ ਹਾਰ ਸੁਆਮੀ। ਸਗਲ ਘਟਾ ਕੇ ਅੰਤਰ ਜਾਮੀ। ਕਰ ਕਿਰਪਾ ਜਿਸ ਭਗਤੀ ਲਾਭ ਹੋ। ਜਨਮ ਪਦਾਰਥ ਸੋ ਜਿਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ। ਚਵਰ ਛਤਰ ਤਖ਼ਤ ਦੇ ਮਾਲਕ। ਬਾਣੀ ਕੇ ਬੋਹਿਤ ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਨ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਵਾਲੀ ਵਿਚਾਰ ਦੇ ਵਿੱਚ
आप जी ने पहले 4 बंदा की विचार श्रवण की सी। 1079 अंक ते सतगुरु महाराज जी साडे उत्ते बख्शिश कर रहे हैं। आओ अपनियां मन बिरतियां इकागर करिए, ध्यान गुरु चरणों नाल जोड़िए ते गुरु महाराज जी के पावन उपदेश नूं हिरदियां विच बसा के अपना जीवन सफला करिए। करो सारे अपनी रसना पवित्र दे उचारण करो जी। सतनाम श्री वाहिगुरु साहिब जी। सिमरह थूल सूखम सब जनता, सिमरह सिद्ध साधिक हर मंता। पावन शब्द दे विच गुरु अर्जन देव महाराज ये दस रहे जदों जग्यासू जन ने सवाल किया कि पातशाह किहड़े किहड़े जीव उस मालक नूं सिमरदे हन, ते सतगुरु महाराज ने कल्ले कल्ले जीव जंतु जिन्नियां भी 84 लख जूना हन, 84 लख जूना का जिक्र करके गुरुदेव जी ये दस रहे हैं कि सारे ही उस परमात्मा का सिमरन कर रहे हैं, सारे ही उस मालक की रजा के हुक्म दे चल रहे हैं। कोई भी उस मालक के हुक्म तो बाहरा नहीं है। आप रोज़ाना सतगुरु महाराज के वचन पढ़ते हैं कि जीव जीव हुक्म तिवै तिवकार, वेखै विकसै कर विचार। हुक्म अंदर सबको, बाहर हुक्म ना कोय। नानक हुक्म जे बुझै, ताहू मैं कह न कोय। ते इस प्रकार वो मालक का ही सारियां दे उत्ते हुक्म चल रहा, ते सारे जीव उस मालक दे हुक्म विच रजा दे विच उस परमात्मा नूं सिमरदे हन, चेते करदे हन। किहड़े किहड़े सिमरदे हन? पातशाह कहंदे ने सिमर है थूल सूखम सब जनता। थूल का अर्थ है बड़े आकार वाले, जिन्हों आपां कह दईए बड़े विराट स्वरूप, बड़े आकार वाले। सूखम कहंदे ने बरीक बिल्कुल छोटे, चाहे बड़े आकार वाले हैं चाहे छोटे आकार वाले हैं, भाव चाहे बड़े जीव हैं चाहे छोटे जीव हैं, ये सारे उस मालक वाहिगुरु का सिमरन कर रहे हैं। सिमर है सिद्ध साधक हर मंता। जिन्ने भी सिद्ध पुरुष हैं, साधना करन वाले हैं, योग साधना के राही 84 आसन लाउंदे हैं, ते इस तरह हरि का मंत्र का जाप करके इस प्रकार अपने सवासां नूं 10वें द्वार भी चढ़ा के कदे नेति कर्म करते, कदे इस न्योली कर्म के धोती कर्म करते हैं। इन्हां कर्मां दे राही उस मालक वाहिगुरू नूं चेते करते हैं, उस मालक का सिमरन कर रहे हैं। जिवें आपां गुरु नानक साहब महाराज दे बचन पढ़ते हैं कि इक मन पुरख ध्याए वरदाता, संत सहार सदा विख्याता। तास चरण दे हृदय बसावो, तो परम गुरु नानक गुण गावो। गावह गुण परम गुरु सुख सागर, दुरत निवारण शब्द सरे। गावह गंभीर धीर मत सागर, योगी जंगम ध्यान धरे। गावह इंदराद भगत प्रहलादक। कहते इस प्रकार सतगुरु महाराज समझाते हैं, कल्ले कल्ले भगत साहबाना का, योगी पुरुषों का, सिद्ध पुरुषों का जिक्र किया है कि उस मालक नूं परमेश्वर नूं सारे चेते करते हैं। हे गुरु नानक साहब महाराज जी, गावह सिद्ध साधक बहमेश्वर। जिन्ने भी सिद्ध पुरुष ने, जोगी जति इत्यादक हैं, वो तुहानूं याद कर रहे हैं। गावै भगत प्रहलाद, कहते भगत प्रहलाद जैसे परमात्मा तैनूं चेते करते हैं। भाव कहण दा कि कल्ला कल्ले दा नाम लैके सतगुरु ने यह समझाया है कि सारे ही उस मालक वाहिगुरू का सिमरन कर रहे हैं।
ਤੇ इस करके वो जिहड़ा परमेश्वर है वो बहुत वड्डा है। सिमर है सिद्ध साधक हरमंता, साधना करन वाले साधक पुरुष सिद्ध पुरुष हरि दे मंत्र का जाप करके उस हरि परमात्मा नूं सिमर रहे हैं। गुप्त प्रगट सिमर है प्रभ मेरे, सगल भवन का प्रभ धना। सतगुरु जी होर किहड़े ਹਨ ਜਿਹੜੇ उस मालक प्रभु ਨੂੰ सिमरते ने। आप जी कृपा करके होरनां दा वर्णन करो। ਤੇ गुरु नानक धन गुरु अर्जन ਦੇ महाराज बचन करते हैं, कहते गुप्त गुप्त रहन वाले, प्रगट गुप्त किहड़े ने ਜਿਹੜੇ ਆਪਾਂ ਕਹਿ ਦਈਏ धरती ਦੇ ਵਿੱਚ ਜਿਹੜੇ जीव जंतु गुप्त रूप च रह रहे हैं, मिट्टी ਵਿੱਚ ही अपना जीवन का निर्वाह कर रहे हैं, वो बाहर नहीं निकलते। तो प्रगट आपां सारे हैं, मनुख तो लैके पशु पंछी तक कीड़े मकोड़े तक आपां सारे प्रगट हाँ। गुप्त वो जिहड़ा दिखाई नहीं दे रहा। कई इहो जिहे जीव जंतु ने जंतु हैं जिहड़े हवा दे राही साडे अंदर प्रवेश करते हैं, हवा दे राही साडे अंदर प्रवेश करते हैं ते साडे मल मूत्र दे राही वो बाहर निकल आउंदे ने। हवा दे विच बहुत सारे इहो जिहे जीव ने जंतु हैं जिहड़े सानू दिखाई नहीं दे रहे, क्योंकि हवा नूं आपां देख नहीं सकते हैं। हवा नूं आपां महसूस करते हैं, जदों हवा चलदी है तो दरख्तां दे पत्ते हिलण लग पैंदे ने, मिट्टी घटा उड़दा कि आपां हनेरी आ गई हवा चल पई है, तो आपां सामने जदों साडे अंगां नूं आके वो हवा छूंहदी है फिर सानू पता लगदा कि बाकी हवा चल रही है। इस हवा दे विच बहुत सारे गुप्त जिहड़े जंतु रहन वाले हैं। धरती दे विच बहुत सारे कीड़े मकोड़े जिहड़े गुप्त रहिंदे, जिहड़े अंदर ही रहिंदे बाहर निकलते नहीं हैं। वड्डे वड्डे पहाड़ां दे विच जिथे बाहर बहुत सारे जीव जंतु सप इत्यादि पे विचरते ने, जंगली जानवर विचरते हैं, उत्थे बहुत सारे ऐसे ने जिहड़े गुरु सारे उहदा पहाड़ां दीयां किनारां दे विच अंदर बैठे हुए ने, वो बाहर निकलते नहीं हैं। तो सतगुरु कहंदे वो जिहड़े गुप्त रूप विच बैठे ने, प्रतੱਖ तौर ते जोगी पुरश जिहड़े ने गुरु सवारिओ योग साधना करते, कदे ये गुफावां दा सहारा लैंदे ने, कदे ये मठ बना के बैठ जाते हैं, ये भी उस मालक का ही सिमरन कर रहे हैं। तो सतगुरु कहने कहण दा भाव कि सारे परमात्मा तैनूं सिमरदे ने, जिन्ने भी तै पैदा कीते ने वो किसी न किसी तरीके दे राही अपनी बोली दे राही अपनी शैली दे राही ते असल विच तैनूं चा याद कर रहे हैं। और पंछी जदों अमृत वेला हुंदा, देखो आपां देखदे हां पिंडां दे विच आम तो जिथे घरां दे अगे दरख्त ने, पंछियां दे आलणे बने हुए ने, उन्हां जदों अमृत वेले समा हुंदा ते अमृत वेले सारे पंछी चीं चीं करते हैं, चीं चीं करते सारे पंछी इकट्ठे होकर, आवाज़ बड़ी सोहनी लगती है, मधुर बाणी लगती है। असल विच वो पंछी भी उस परिपूर्ण परमात्मा वाहिगुरू नूं सिमरदे ने, उहदा शुकराना करते हैं। कहण दा भाव है कि सारे उस मालक परमेश्वर का सिमरन कर रहे हैं, जिन्हां दे अंदर तड़फ पैदा हो जाती है, फिर दिन रात परमात्मा की आराधना करते हैं। कहते ने एक विद्वान विचरदा होया जिहड़ा पहाड़ां की सैर कर रहा, पहाड़ां की सैर करन उपरंत ते जिथों उत्थों का वातावरण देख के कवितावां रच के संसार के लोगों नूं वो देण दे रहा है। कहते ने इस तरह एक विद्वान जी का नाम इतिहासकार ने शेर सिंह लिखना किया है। ये विचरदा होया कश्मीर की धरती ते गया, कश्मीर के लोगों ने बहुत ज़्यादा सत्कार किया कि पंजाब तो गुरमुख चल के आया, विद्वान चल के आया, लंगर पानी जल पानी छकाया, कहते रात नूं आसण लाया,
ਆਸਣ ਲੱਗੇ। ਜਦੋਂ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਅੰਮ੍ਰਿਤ ਵੇਲੇ ਉੱਠ ਕੇ ਇਸ ਗੁਰਮੁਖ ਨੇ ਇਸ਼ਨਾਨ ਇਤਿਆਦਿ ਕੀਤਾ, ਆਪਣੀ ਕਿਰਿਆ ਸੋਧੀ। ਕਿਰਿਆ ਸੋਧਨ ਉਪਰੰਤ ਚੌਂਕੜਾ ਮਾਰ ਕੇ ਸਤਿਗੁਰਾਂ ਦੀ ਯਾਦ ਵਿੱਚ ਬੈਠ ਗਿਆ। ਜੋ ਗੁਰਸਿੱਖ ਦਾ ਜੀਵਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਗੁਰਸਿੱਖ ਦਾ ਜੀਵਨ ਹੈ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾ ਨਿਭੈ, ਸੋ ਸਿਰ ਕੱਪ ਉਤਾਰ। ਜੋ ਸਿਰ ਸਾਈਂ ਨਾ ਨਿਭੈ, ਸੋ ਸਿਰ ਕੀਜੈ ਕਾਏ। ਪੁੰਨੇ ਹੇਠ ਜਲਾਈਐ, ਬਾਲਣ ਸੰਧੇ ਥਾਏ। ਇਹ ਗੁਰਸਿੱਖ ਦਾ ਜੀਵਨ ਹੈ। ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ, ਖੁਦਾ ਦੀ ਇਬਾਦਤ ਕਰਦਾ ਹੈ, ਆਪਣੇ ਗੁਰੂ ਨੂੰ ਚੇਤੇ ਕਰਦਾ ਹੈ। ਹੁਣ ਭਾਈ ਸਾਹਿਬ ਜੀ ਉੱਠੇ ਨੇ, ਉੱਠ ਕੇ ਉਹਨਾਂ ਨੇ ਅੰਮ੍ਰਿਤ ਵੇਲੇ ਨਾਮ ਬਾਣੀ ਦਾ ਅਭਿਆਸ ਕੀਤਾ, ਚੌਂਕੜਾ ਮਾਰਿਆ, ਨਿਤਨੇਮ ਕੀਤਾ। ਨਿਤਨੇਮ ਕਰਨ ਉਪਰੰਤ ਉਹ ਆਪਣੇ ਕਮਰੇ ਦੇ ਵਿੱਚੋਂ ਬਾਹਰ ਨਿਕਲੇ ਸੈਰ ਕਰਨ ਵਾਸਤੇ। ਜਦੋਂ ਕਮਰੇ ਵਿੱਚ ਸੈਰ ਬਾਹਰ ਨਿਕਲੇ ਨੇ, ਉਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਹੈ। ਆਵਾਜ਼ ਪਈ ਹੈ ਜਿਹਨੂੰ ਸੁਣ ਕੇ ਉਹਨਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ, ਖੌਫ ਪੈਦਾ ਹੋ ਗਿਆ। ਜਦੋਂ ਡਰ ਪੈਦਾ ਹੋਇਆ ਕਿ ਸੋਚਦਾ ਕਿ ਇੰਝ ਲੱਗਦਾ ਕਿ ਕੋਈ ਇੱਥੇ ਨਗਰ 'ਚ ਘਟਨਾ ਵਾਪਰ ਗਈ ਹੈ, ਕਿਸੇ ਦੀ ਮੌਤ ਹੋ ਗਈ ਹੈ। ਜਿਵੇਂ ਕਿ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਵੇ ਜਾਂ ਮਾਂ ਦਾ ਪੁੱਤ ਚੜ੍ਹਾਈ ਕਰ ਜਾਵੇ ਅਤੇ ਮਾਂ ਆਪਣੇ ਪੁੱਤ ਨੂੰ ਰੋਂਦੀ ਹੈ, ਇਸਤਰੀ ਆਪਣੇ ਪਤੀ ਨੂੰ ਰੋਂਦੀ ਹੈ। ਇਸ ਤਰ੍ਹਾਂ ਦੇ ਉਹਨਾਂ ਬੈਣ ਦੀ ਆਵਾਜ਼ ਆ ਰਹੀ ਸੀ। ਉਹ ਲਿਖਦੇ ਨੇ, ਕਹਿੰਦੇ ਮੈਂ ਉਸ ਸਮੇਂ ਬਹੁਤ ਜ਼ਿਆਦਾ ਡਰਿਆ। ਮੇਰੇ ਮਨ 'ਚ ਡਰ ਪੈਦਾ ਹੋਇਆ ਕਿ ਕੋਈ ਅਣਸੁਖਾਵੀ ਘਟਨਾ ਵਾਪਰ ਗਈ ਹੈ। ਕਹਿੰਦੇ ਚਲੋ ਸੂਰਜ ਦਾ ਪ੍ਰਕਾਸ਼ ਹੋਇਆ, ਸਵੇਰ ਦਾ ਸਮਾਂ ਹੋਇਆ ਅਤੇ ਬਜ਼ੁਰਗ ਬਾਹਰ ਬੈਠੇ ਨੇ, ਆਪਣੇ ਕੋਈ ਕੰਮ ਧੰਦੇ ਕਰ ਰਿਹਾ ਹੈ। ਕਹਿੰਦਾ ਮੈਂ ਨਗਰ ਦਾ ਚੱਕਰ ਲਾਣਾ ਕੀਤਾ, ਮੇਰੇ ਮਨ 'ਚ ਡਰ ਹੈ ਕਿ ਕੋਈ ਘਟਨਾ ਵਾਪਰੀ ਹੈ। ਕਹਿੰਦਾ ਬਜ਼ੁਰਗ ਗੱਲਾਂ ਬਾਤਾਂ ਮਾਰਦੇ ਨੇ, ਮੈਂ ਬਜ਼ੁਰਗਾਂ ਕੋਲ ਗਿਆ, ਇਕੱਲੇ ਇਕੱਲੇ ਨੂੰ ਪੁੱਛਿਆ ਕਿ ਬਜ਼ੁਰਗੋ ਨਗਰ 'ਚ ਸੁੱਖ ਸ਼ਾਂਤੀ ਹੈ। ਜਿਹੜਾ ਜਿਹਨੂੰ ਪੁੱਛੇ ਅੱਗੋਂ ਉੱਤਰ ਦੇਵੇ, ਕਹਿੰਦੇ ਹਾਂਜੀ ਬਾਬਾ ਜੀ ਨਗਰ ਸੁੱਖ ਸ਼ਾਂਤੀ ਹੈ। ਕਹਿੰਦੇ ਦੂਜੇ ਬਜ਼ੁਰਗਾਂ ਕੋਲ ਗਿਆ, ਦੋ ਤਿੰਨਾਂ ਨੂੰ ਇਸ ਤਰ੍ਹਾਂ ਪੁੱਛਣਾ ਕੀਤਾ। ਫਿਰ ਮੈਂ ਜਦੋਂ ਬਾਰ-ਬਾਰ ਪੁੱਛ ਰਿਹਾ ਸੀ ਅਤੇ ਬਜ਼ੁਰਗ ਆਖਣ ਲੱਗੇ ਕਿ ਭਾਈ ਕੀ ਗੱਲ ਹੈ, ਤੂੰ ਬਾਰ-ਬਾਰ ਇਹ ਪੁੱਛ ਰਿਹਾ ਕਿ ਨਗਰ ਸੁੱਖ ਸ਼ਾਂਤੀ ਹੈ। ਅਤੇ ਅੱਗੋਂ ਜਦੋਂ ਇਹਨਾਂ ਦੱਸਣਾ ਕੀਤਾ ਕਿ ਜਦੋਂ ਮੈਂ ਸਵੇਰ ਵੇਲੇ ਅੰਮ੍ਰਿਤ ਵੇਲੇ ਉੱਠਿਆ, ਨਾਮ ਬਾਣੀ ਦਾ ਅਭਿਆਸ ਕਰ ਰਿਹਾ ਸੀ, ਫਿਰ ਮੈਂ ਬਾਹਰ ਨਿਕਲਿਆ ਸੈਰ ਕਰਨ ਦੇ ਲਈ। ਮੇਰੇ ਕੰਨਾਂ ਦੇ ਵਿੱਚ ਇਹੋ ਜਿਹੀ ਆਵਾਜ਼ ਪਈ ਹੈ ਜਿਹਨੂੰ ਸੁਣ ਕੇ ਮੇਰੇ ਮਨ ਵਿੱਚ ਬਹੁਤ ਜ਼ਿਆਦਾ ਡਰ ਪੈਦਾ ਹੋ ਗਿਆ। ਉਹ ਰੋਣਾ ਕਿਹਦਾ ਸੀ? ਅਤੇ ਅੱਗੋਂ ਉਹ ਬਜ਼ੁਰਗ ਆਖਣ ਲੱਗੇ, ਕਹਿਣ ਲੱਗੇ ਉਹ ਰੋਣਾ ਬਬੀਹੇ ਪੰਛੀ ਦਾ ਸੀ। ਬਬੀਹਾ ਪੰਛੀ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਵਾਹਿਗੁਰੂ ਨੂੰ ਆਖਦਾ ਕਿ ਪਰਮਾਤਮਾ ਕਿਰਪਾ ਕਰ, ਤੂੰ ਮੀਂਹ ਪਾਣਾ ਕਰ ਤਾਂ ਕਿ ਮੇਰੀ ਜਿਹੜੀ ਪਿਆਸ ਹੈ ਸਬੰਤੀ ਬੂੰਦ ਨਾ ਬੁਝਣੀ ਹੈ, ਮੈਨੂੰ ਸਬੰਤੀ ਬੂੰਦ ਦੇਣਾ ਕਰ ਤਾਂ ਕਿ ਮੇਰੀ ਪਿਆਸ ਬੁਝ ਜਾਵੇ। ਅਤੇ ਉਹ ਲਿਖਦੇ ਨੇ, ਕਹਿੰਦੇ ਸੱਚ ਜਾਣਿਓ ਉਸ ਬਬੀਹੇ ਪੰਛੀ ਦੇ ਬੈਣ ਇਹੋ ਜਿਹੇ ਸਨ ਜਿਵੇਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਗਿਆ ਹੋਵੇ। ਇਸਤਰੀ ਬਰਾਗ ਦੇ ਵਿੱਚ ਆਪਣੇ ਪਤੀ ਨੂੰ ਮਰੇ ਪਏ ਨੂੰ ਦੇਖ ਕੇ ਰੋਂਦੀ ਹੈ, ਜਾਂ ਕਿਸੇ ਮਾਂ ਦਾ ਪੁੱਤ ਚਲਿਆ ਗਿਆ ਹੋਵੇ, ਮਾਂ ਬੈਣ ਪਾਉਂਦੀ ਹੈ। ਅਤੇ ਇਹੋ ਜਿਹੀ ਆਵਾਜ਼ ਸੀ ਉਸ ਬਬੀਹੇ ਪੰਛੀ ਦੀ। ਕਿੰਨਾ ਬਰਾਗ ਹੋਵੇਗਾ। ਅਤੇ ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਸਿੱਖਾ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਬਬੀਹੇ ਪੰਛੀ ਦੀ ਨਿਆਈ ਪਰਮਾਤਮਾ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਤੂੰ ਬਰਾਗ ਕਰਨਾ ਕਰ, ਗੁਰੂ ਦੇ ਚਰਨਾਂ 'ਚ ਫਰਿਆਦ ਕਰ
ਜੇ ਬਬੀਹੇ ਪੰਛੀ ਨੂੰ ਸਤਿਗੁਰੂ ਜੀ ਸਬੰਤੀ ਬੂੰਦ ਦੇ ਸਕਦੇ ਨੇ, ਉਹਦੀ ਪਿਆਸ ਬੁਝਾ ਸਕਦੇ ਨੇ, ਤੇ ਤੈਨੂੰ ਵੀ ਸਤਿਗੁਰੂ ਜੀ ਫਿਰ ਨਾਮ ਜਲ ਦੇ ਸਕਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਆਪਾਂ ਕਿ ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ, ਬਰਸੋ ਕਿਰਪਾ ਤਾਰ। ਮੇਘ ਗੁਰੂ ਰੂਪੀ ਬੱਦਲਾਂ ਨੂੰ, ਮੇਘ ਦਾ ਅਰਥ ਹੈ ਬੱਦਲ, ਬੱਦਲ ਕਿਹੜੇ ਨੇ? ਗੁਰੂ। ਪਰ ਜਦੋਂ ਜੀਵ ਰੂਪੀ ਬਵੀਹੇ ਨੇ ਅੰਮ੍ਰਿਤ ਵੇਲੇ ਦਰਦ ਫਰਿਆਦ ਕੀਤੀ, ਪੁਕਾਰ ਕੀਤੀ, ਤੇ ਪਰਮੇਸ਼ਰ ਨੇ ਗੁਰੂ ਰੂਪੀ ਬੱਦਲਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਆ ਮੇਰਾ ਪਿਆਰਾ ਹੈ, ਮੈਨੂੰ ਯਾਦ ਕਰਦਾ ਏ, ਇਹਦੀ ਹਿਰਦੇ ਰੂਪੀ ਧਰਤੀ ਉੱਤੇ ਤੁਸੀਂ ਨਾਮ ਅੰਮ੍ਰਿਤ ਦੀ ਵਰਖਾ ਕਰਨਾ ਕਰੋ, ਜਿਹਦੇ ਰਾਹੀਂ ਤਪਦਾ ਹੋਇਆ ਹਿਰਦਾ ਸ਼ਾਂਤ ਹੋ ਜਾਵੇ, ਤਾਂ ਕਿ ਜਿਹੜੀ ਪਿਆਸ ਹੈ ਇਹਦੀ, ਜਿਸ ਜੀਵ ਦੀ ਪਿਆਸ ਬੁੱਝ ਜਾਵੇ। ਕਿਉਂਕਿ ਇਹ ਪਿਆਸ ਜਿਹੜੀ ਹੈ ਨਾ, ਸਾਨੂੰ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਪਾਣੀ ਦੇ ਨਾਲ ਸਾਡੀ ਪਿਆਸ ਬੁੱਝ ਜਾਵੇਗੀ, ਪਰ ਇਹ ਪਿਆਸ ਪਾਣੀ ਨਾਲ ਨਹੀਂ ਬੁੱਝਣ ਵਾਲੀ। ਜਿਨ੍ਹਾਂ ਦੇ ਅੰਦਰ ਤਾਂਘ ਪੈਦਾ ਹੁੰਦੀ ਮਾਲਕ ਨੂੰ ਮਿਲਣ ਦੀ, ਤੜਫ ਪੈਦਾ ਹੁੰਦੀ ਹੈ, ਉਹ ਪਾਣੀ ਨਾਲ ਪਿਆਸ ਨਹੀਂ ਬੁੱਝ ਸਕਦੀ ਹੈ। ਗੁਰਬਾਣੀ ਵਿੱਚ ਸਤਿਗੁਰੂ ਨੇ ਬਚਨ ਕੀਤੇ ਹਨ ਕਿ ਮਾਧੋ ਜਲ ਕੀ ਪਿਆਸ ਨਾ ਜਾਏ। ਜਲ ਦੇ ਨਾਲ ਨਹੀਂ ਜਾ ਸਕਦੀ, ਇਹ ਜਾਣੀ ਹੈ ਨਾਮ ਰੂਪੀ ਜਲ ਦੇ ਨਾਲ। ਨਾਮ ਰੂਪੀ ਜਲ ਜਦੋਂ ਆਪਾਂ ਪ੍ਰਾਪਤ ਕਰ ਲਵਾਂਗੇ, ਫਿਰ ਨਾਮ ਰੂਪੀ ਜਲ ਦੇ ਰਾਹੀਂ ਸਾਡੀ ਇਹ ਪਿਆਸ ਜਾ ਸਕਦੀ ਹੈ, ਜਿਹਦੇ ਰਾਹੀਂ ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਘਰ ਕਰ ਸਕਦਾ ਹੈ। ਕਿਰਪਾ ਹੋਣੀ ਹੈ ਗੁਰੂ ਸਾਹਿਬਾਨ ਪਾਸੋਂ ਹੀ। ਅਤੇ ਸਤਿਗੁਰੂ ਕਹਿੰਦੇ ਕੋਈ ਵੀ ਹੈ, ਚਾਹੇ ਕੋਈ ਕਹਿੰਦੇ ਛੋਟਾ ਜੀਵ ਹੈ, ਚਾਹੇ ਵੱਡਾ ਹੈ, ਚਾਹੇ ਕਹਿੰਦੇ ਸੂਖਮ ਹੈ, ਚਾਹੇ ਪ੍ਰਗਟ ਹੈ, ਕਹਿੰਦੇ ਸਾਰੇ ਉਸ ਮਾਲਕ ਦਾ ਸਿਮਰਨ ਕਰ ਰਹੇ ਹਨ। ਜਿੰਨੇ ਵੀ ਹਨ ਪਰਮਾਤਮਾ ਦੇ ਪੈਦਾ, ਗੁਪਤ ਪ੍ਰਗਟ ਸਿਮਰ ਹੈ ਪ੍ਰਭ ਮੇਰੇ, ਗੁਪਤ ਰੂਪ ਵਿੱਚ ਰਹਿਣ ਵਾਲੇ ਜਿਹੜੇ ਪ੍ਰਗਟ ਹਨ, ਜਿੰਨੇ ਵੀ ਧਰਤੀ ਉੱਤੇ ਆਪਾਂ ਦੇਖਦੇ ਹਾਂ, ਬਨਸਪਤੀ ਹੈ, ਪਹਾੜ ਹਨ, ਮਨੁੱਖ ਹਨ, ਪਸ਼ੂ ਪੰਛੀ ਹਨ, ਇਹ ਸਾਰੇ ਉਸ ਮਾਲਕ ਨੂੰ ਜਦ ਚੇਤੇ ਕਰਦੇ ਨੇ, ਇਹ ਪ੍ਰਗਟ ਹਨ। ਗੁਪਤ ਜਿਹੜੇ ਸਾਨੂੰ ਦਿਖਾਈ ਨਹੀਂ ਦੇ ਰਹੇ ਹਨ, ਉਹ ਜਿਹੜੇ ਉਹ ਸਾਰੇ ਹੀ ਕਹਿੰਦੇ ਉਸ ਪ੍ਰਭੂ, ਮੇਰੇ ਪ੍ਰਭੂ ਜੀ ਤੁਹਾਨੂੰ ਹੀ ਸਿਮਰਦੇ ਹਨ। ਸਗਲ ਭਵਨ ਕਾ ਪ੍ਰਭ ਧਨਾ, ਜਿੰਨੇ ਵੀ ਭਵਨ ਹਨ, ਜਿੰਨੇ ਵੀ ਲੋਕ ਹਨ, ਇਸਲਾਮ ਦੇ ਮੁਤਾਬਕ 14 ਤਬਕ ਮੰਨੇ ਗਏ ਨੇ। ਹਿੰਦੂ ਮਤ ਅਨੁਸਾਰ 3 ਲੋਕ ਮੰਨੇ ਗਏ ਹਨ, ਸਵਰਗ ਲੋਕ, ਪਤਾਲ ਲੋਕ ਅਤੇ ਮਾਤ ਲੋਕ। ਪਰ ਗੁਰਮਤਿ ਵਿੱਚ ਜਦੋਂ ਆਪਾਂ ਗੁਰਮਤਿ ਨੂੰ ਪੜ੍ਹਦੇ ਹਾਂ, ਸਤਿਗੁਰਾਂ ਦੀ ਬਾਣੀ ਨੂੰ ਪੜ੍ਹਦੇ ਹਾਂ, ਅਤੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜਿੱਥੋਂ ਤੱਕ ਕਿਸੇ ਦੀ ਪਹੁੰਚ ਹੈ ਉਹਦੇ ਮੁਤਾਬਕ ਹਰ ਇੱਕ ਜੀਵ ਨੇ ਇਹ ਦੱਸ ਦਿੱਤਾ ਕਿ ਇੰਨੇ ਲੋਕ ਹਨ, ਇੱਥੇ ਇੱਥੇ ਇਹਨਾਂ ਦਾ ਵਾਸਾ ਹੈ। ਕਹਿੰਦੇ ਮੁਹੰਮਦ ਸਾਹਿਬ ਦੀ ਪਹੁੰਚ ਸੀ 14 ਤਬਕਾਂ ਤੱਕ, ਉਹਨੇ ਕਿਹਾ 14 ਲੋਕ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਰ ਥਕੇ ਵੇਦ ਕਹਿਣ ਇੱਕ ਬਾਤ। ਕਹਿੰਦੇ ਜਿੱਥੋਂ ਤੱਕ ਸਾਡੀ ਪਹੁੰਚ ਹੈ, ਸਾਡੀ ਨਿਗਾਹ ਵਿੱਚ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਗਾਸ ਹਨ, ਅਤੇ ਉਦੋਂ ਵੀ ਪਰੇ ਤੋਂ ਪਰੇ ਆ। ਸਾਡੀ ਕਹਿੰਦੇ ਪਹੁੰਚ ਇੱਥੇ ਸਮਾਪਤ ਹੋ ਗਈ, ਇਹਦੇ ਅੱਗੇ ਕਹਿੰਦੇ ਹੋਰ ਜ਼ਿਆਦਾ ਲੋਕ ਪਰਮਾਤਮਾ ਦੇ ਵਸੇ ਹੋਏ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਜਿੰਨੇ ਵੀ ਲੋਕਾਂ ਵਿੱਚ ਰਹਿਣ ਵਾਲੇ ਸਾਰੇ ਜੀਵ ਨੇ, ਚਾਹੇ ਗੁਪਤ ਨੇ ਚਾਹੇ ਪ੍ਰਗਟ ਹਨ, ਉਹ ਪਰਮਾਤਮਾ ਨੂੰ ਸਿਮਰਦੇ ਹਨ, ਅਤੇ ਪਰਮਾਤਮਾ ਸਾਰੇ ਭਵਨਾਂ ਦਾ ਮਾਲਕ ਹੈ, ਸਾਰੇ ਲੋਕਾਂ ਦਾ ਮਾਲਕ ਹੈ। ਇੱਕ ਪਰਮਾਤਮਾ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਤਾਂਹੀਓ ਐਸੇ ਮਾਲਕ ਦੇ ਚਰਨਾਂ ਵਿੱਚ ਸਾਨੂੰ ਬੇਨਤੀ ਕਰਨੀ ਬਣਾਉਂਦੀ ਹੈ। ਪੁੱਛੋ ਭਗਤ ਰਵਿਦਾਸ ਸਾਹਿਬਾਂ ਨੂੰ ਕਿਸ ਤਰੀਕੇ ਨਾਲ ਬੇਨਤੀ ਕਰਨੀ ਹੈ। ਅਤੇ ਭਗਤ ਜੀ ਕਹਿੰਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਿਛ ਆਰਾ ਪਾਰ ਨ ਸੂਝ,
सगल भवन के नायका, एक छिन दर्श दिखाए जी। मलन भई मत माधवा, तेरी गत लखी न जाए। कहते कूप भरियो जैसे दादरा, जिमें एक खूह है, पानी है खूह विच, ते खूह विच बहुत सारे डड्डू रहिंदे ने, ते डड्डू दे लई ओही एक तरह मान सरोवर है। कहते ने मान सरोवर ते रहन वाले जिहड़े हंस ने, हंस उडारी मार के खूह ते आगे बैठ गए ते डड्डू नूं आखण लगे कि आ तैनूं असीं मान सरोवर लै चलीए। ते डड्डू अगों जवाब दिंदा है, कहंदा कि मान सरोवर किड्डा कू वड्डा है? ते हंस कहंदा बहुत वड्डा। कि डड्डू ने एक छाल मारी, कहण लग्या एडा वड्डा होवेगा। ते हंस कहण लग्या नहीं, ये तो भी वड्डा है। कि दूजी छाल मारी, कहण लग्या एडा वड्डा होवेगा। हंस कहण लग्या नहीं, ये तो भी वड्डा है। कि तीजी छाल मारी तो डड्डू पारले किनारे जाके लग गया। तो डड्डू कहण लग्या ये तो वड्डा कोई हो ही नहीं सकता, क्योंकि रहिंदा खूह दे विच है। हंस कहंदा नहीं भाई, जिहड़ा मान सरोवर बहुत वड्डा है। भगत रविदास साहिबान जी कहंदे ने, हे परमात्मा मेरी हालत भी इहो जी हुई है, मेरे भी मैं भी खुद डड्डू दे न्याई में अपना जीवन बतीत कर रहा हाँ। मैनू देश विदेश की सोझी नहीं है, मेरे मन की हालत ऐसी है, मेरे मन दे विच विषय विकार इत्यादि ऐसे घर कीते हुए ने, जिस करके मेरे मालक जी मैं तेनू चेते नहीं करता हाँ। मेरी हालत इहो जी है, मलन भई मत माधवा, तेरी गत लकी ना जाए। मत मेरी मलीन हुई फिरदी है, पापां दी मैल दे नाल, विकारां दी मैल दे नाल मेरा हिरदा भरिया होया है, जिस करके मालक जी मैं तैनू जान नहीं सकता। मेरे ते कृपा करो, रहमत करो। मलन भई मत माधवा, तेरी गत लखी न जाए। करो कृपा परम चूकई, मैं समत देहो समझाए। मैनू श्रेष्ठ मत दवो, समझाना करो, ताकि मेरे हिरदे अंदर भरम खत्म हो जाए। ते अखीर ते बचन करते ने, करो कृपा परम चूकई, मैं समत देहो समझाए। जोगीश्वर पावै नहीं, तो गुण कथन अपार। प्रेम भगत कै कारण है, कहो रविदास चमार। भगत रविदास जी ने अपनी जाति का वर्णन करके दसिया, कहते मैं तो परमेश्वर तैनू चेते करता हाँ। बड़े बड़े योगी पुरुष योग साधना विच बैठे ने, लंबियां लंबियां समाधियां लाइया हुई हैं, ते मालक जी वो तैनू प्राप्त नहीं कर, जिहड़ा आनंद मैनू मिले ना तेरे चरणों का भोरा बन के, उन्होंने प्राप्त नहीं हो सकिया। इस करके आप जी सगल भवन के नायका, सारे भवनां दे सारे लोकां दे आप जी नायक आगू हो, मालक हो। ते एक क्षण मात्र मेरे मालक प्रभु जी कृपा करके मैनू दर्शन दीदारे बख्शना करो। इत्थे भी पातशाही बचन करते ने, कहते सगल भवन का प्रभ तना, सारे भवनां दा सारे लोकां दा एक परमेश्वर ही मालक है, वो तो बिना दूजा कोई नहीं है। सिमर है नर नारी आश्रमा, सिमर है जात जोत सब वर्ण। गुरु साहबान जी के चरणों च बेनती की कि पातशाह और केड़ा केड़ा उस मालक प्रभु का सिमरन करता है। सिमर है नर नारी, नर मनुख नारी इस्तरी, जिन्ने भी होर आश्रम चार आश्रम मन्ने गए ने, वो जिहड़े लोग ने हरेक आश्रम के रहने वाले अपनी अपनी मत अनुसार बुद्धि अनुसार परमात्मा वाहिगुरु का सिमरन कर रहे ने, चेते कर रहे मालक नूं। सिमर है जात, परमेश्वर ने मनुख नूं जीव नूं मनुख बनाया सी
ਬੰਦਾ ਬਣਾ ਕੇ ਸੰਸਾਰ 'ਚ ਭੇਜਿਆ। ਤੇ ਅੱਗੋਂ ਬੰਦੇ ਨੇ ਫਿਰ ਮਨੁੱਖ ਨੂੰ 4 ਹਿੱਸਿਆਂ ਵਿੱਚ ਵੰਡ ਲਿਆ। ਖੱਤਰੀ, ਬ੍ਰਾਹਮਣ, ਸੂਦ, ਵੈਸ, ਇਹ 4 ਵਰਨਾਂ ਦੇ ਵਿੱਚ ਮਨੂ ਸਿਮਰਤੀ ਮੁਤਾਬਕ ਮਨੁੱਖ ਵੰਡਿਆ ਗਿਆ। ਅੱਗੋਂ ਜਿਹੜੇ ਇਹ 4 ਵਰਨ ਨੇ ਨਾ, ਚਾਹੇ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਅੱਗੇ ਇਹਨਾਂ ਦੀਆਂ ਜਾਤੀਆਂ ਹੋਰ ਬਣ ਜਾਂਦੀਆਂ ਨੇ। ਆਪਣੇ ਆਪਣੇ ਗੋਤਾਂ ਦਾ ਨਾਮ ਲੈ ਕੇ ਇਸ ਤਰ੍ਹਾਂ ਗੁਰੂ ਸਰੇ ਆਪਣੇ ਖਾਨਦਾਨ ਨੂੰ ਵਧਾਉਂਦੇ ਨੇ ਕਿ ਸਾਡਾ ਖਾਨਦਾਨ ਆਹ ਹੈ, ਅਸੀਂ ਆਹ ਫਲਾਣੇ ਗੋਤ ਦੇ ਨੇ, ਸਾਡਾ ਆਹ ਹੈ। ਪਰ ਗੁਰਮਤਿ ਦੇ ਵਿੱਚ ਜਿਹੜਾ ਸਿੱਖ ਆਪਣੇ ਨਾਮ ਦੇ ਨਾਲ ਗੋਤ ਲਾਉਂਦਾ, ਜਾਤ ਦਾ ਇਸਤੇਮਾਲ ਕਰਦਾ ਹੈ, ਅਤੇ ਗੁਰਮਤਿ ਦੇ ਵਿੱਚ ਉਹ ਤਨਖਾਹੀਆ ਕਰਾਰ ਹੁੰਦਾ ਅਸਲ ਵਿੱਚ ਗੁਰੂ ਸਵਾਰੇ। ਸਾਡੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ, ਅੰਮ੍ਰਿਤ ਛਕਾਉਣ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਕੇ ਜਨਮੇ ਗਬਨ ਮਿਟਾਇਆ, ਕਿ ਤੁਹਾਡਾ ਜਨਮ ਹੁਣ ਗੁਰੂ ਘਰ ਵਿੱਚ ਹੋ ਗਿਆ ਏ। ਤੁਹਾਡੇ ਪਿਛਲੇ ਜਿੰਨੇ ਵੀ ਜਾਤ ਹਨ, ਪਤ ਹੈ, ਗੋਤ, ਵਰਨ ਇਤਿਆਦਿਕ, ਉਹ ਸਭ ਕੁਝ ਖਤਮ। ਅੱਜ ਤੋਂ ਬਾਅਦ ਤੁਹਾਡੇ ਨਾਮ ਦੇ ਨਾਲ ਸਿੰਘ ਸ਼ਬਦ ਹੈ। ਕੋਈ ਹਰੀ ਚੰਦ ਸੀ, ਉਹ ਹਰੀ ਸਿੰਘ ਬਣ ਗਿਆ। ਕੋਈ ਧੰਨਾ ਦਾਸ ਸੀ, ਉਹ ਧੰਨਾ ਸਿੰਘ ਬਣ ਗਿਆ ਕਲਗੀਧਰ ਪਾਤਸ਼ਾਹ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਕੋਈ ਬੀਬੀਆਂ ਦੇ ਨਾਮ ਵੱਖਰੇ ਵੱਖਰੇ ਸੀ, ਦੇਵੀ ਸ਼ਬਦ ਬੀਬੀਆਂ ਦੇ ਨਾਮ ਤੌਰ 'ਤੇ ਵਰਤੇ ਜਾਂਦੇ ਸਨ। ਇੰਝ ਗੁਰੂ ਸਵਾਰੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਕਿ ਇਸਤਰੀ ਨੇ ਆਪਣੇ ਨਾਮ ਨਾਲ ਕੌਰ ਸ਼ਬਦ ਲਾਉਣਾ ਹੈ ਅਤੇ ਸਿੱਖ ਨੇ ਆਪਣੇ ਨਾਮ ਨਾਲ ਸਿੰਘ ਸ਼ਬਦ ਲਾਉਣਾ ਹੈ। ਕੋਈ ਵੀ ਆਪਣੀ ਜਾਤ ਪਾਤ ਦਾ ਇਸਤੇਮਾਲ ਨਹੀਂ ਕਰੇਗਾ। ਪਰ ਮਾफ़ ਕਰਨਾ, ਅਜੋਕਾ ਸਮਾਂ ਉਹ ਜੋ ਚੁੱਕਾ ਹੈ ਕਿ ਅੱਜ ਆਪਾਂ ਫਿਰ ਸਿੰਘ ਸ਼ਬਦ ਨੂੰ ਪਿੱਛੇ ਹਟਾਉਂਦੇ ਹਾਂ। ਜਦੋਂ ਆਪਾਂ ਦਾਸ ਦੇ ਕੋਲ ਕਈ ਵਾਰੀ ਇੱਥੇ ਗੁਰੂ ਘਰ ਸੰਗਤਾਂ ਆਉਂਦੀਆਂ, ਅਰਦਾਸ, ਕਿਸੇ ਦਾ ਬੱਚੇ ਦਾ ਜਨਮ ਦਿਨ ਹੈ, ਕਿਸੇ ਦੀ ਸਗਾਈ ਹੈ, ਕਿਸੇ ਦਾ ਵਿਆਹ ਹੈ, ਉਹ ਆਪਣੀ ਅਰਦਾਸ ਬੇਨਤੀ ਕਰਾਉਂਦੇ ਨੇ। ਕੋਈ ਬਾਹਰ ਜਾਣ ਵਾਸਤੇ ਅਰਦਾਸਾਂ ਬੇਨਤੀ ਕਰਾਉਂਦੇ ਨੇ। ਜਦੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਅਤੇ ਸਿੰਘ ਸ਼ਬਦ ਨਹੀਂ ਦੱਸਦੇ, ਪੁੱਛੀ ਦਾ ਨਾਮ ਕੀ ਹੈ, ਅਤੇ ਆਪਣੇ ਗੋਤ ਦਾ ਇਸਤੇਮਾਲ ਕਰਨਾ ਕਿ ਫਲਾਣਾ ਨਾਮ ਨਾਲ ਲੈ ਕੇ ਨਾਲ ਗਰੇਵਾਲ ਜੀ, ਆਹ ਫਲਾਣਾ ਜੀ ਸੇਖੂ ਹੈ ਜੀ, ਆਹ ਚੀਮਾ ਜੀ, ਆਹ ਹੈ ਜੀ, ਆਹ ਰਾਮਗੜ੍ਹੀ ਹੈ ਜੀ, ਇਸ ਤਰ੍ਹਾਂ ਨਾਮ ਵਰਤੇ ਜਾਂਦੇ ਨੇ, ਜੋ ਬਿਲਕੁਲ ਗਲਤ ਹੈ। ਕਲਗੀਆਂ ਵਾਲੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਪਾਂ ਆਇਆ ਅਤੇ ਸਿੰਘ ਸ਼ਬਦ ਵਰਤੋ ਕਿ ਜੇ ਨਾਮ ਹੈ ਧਰਮ ਸਿੰਘ, ਅਤੇ ਆਖੋ ਕਿ ਮੇਰਾ ਨਾਮ ਹੈ ਧਰਮ ਸਿੰਘ। ਕਦੇ ਵੀ ਇਹ ਇਸਤੇਮਾਲ ਨਹੀਂ ਆਪਾਂ ਕਰਨਾ ਜੇ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀਆਂ ਲੈਣੀਆਂ ਨੇ। ਸੋ ਸਤਿਗੁਰੂ ਕਹਿੰਦੇ ਨੇ, ਇੱਥੇ ਬਚਨ ਕਰ ਰਹੇ ਹਨ ਕਿ ਜਿੰਨੀਆਂ ਵੀ ਜਾਤੀਆਂ ਹਨ, ਜਾਤਾਂ ਦੇ ਰਹਿਣ ਵਾਲੇ ਲੋਕ, ਚਾਹੇ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ ਹੈ, ਜਾਂ ਅਨੇਕਾਂ ਹੋਰ ਜਾਤੀਆਂ ਨੇ, ਪਸ਼ੂਆਂ ਦੀਆਂ ਜਾਤੀਆਂ ਅਤੇ ਜੰਗਲੀ ਜਾਨਵਰਾਂ ਦੀਆਂ ਜਾਤੀਆਂ, ਉਹ ਸਾਰੇ ਹੀ ਕਹਿੰਦੇ ਜਿਨ੍ਹਾਂ ਵਿੱਚ ਪਰਮਾਤਮਾ ਦੀ ਜੋਤ ਜਗ ਰਹੀ ਹੈ, ਉਹ ਸਾਰੇ ਸਿਮਰੈ ਜਾਤ ਜੋਤ ਸਭ ਵਰਨਾ, ਸਾਰੇ ਵਰਨਾਂ ਦੇ, ਚਾਰੇ ਵਰਨਾਂ ਦੇ ਲੋਕ ਮਾਲਕ ਜੀ ਤੈਨੂੰ ਹੀ ਸਿਮਰ ਰਹੇ ਹਨ, ਤੈਨੂੰ ਹੀ ਚੇਤੇ ਕਰ ਰਹੇ ਹਨ, ਤੇਰਾ ਹੀ ਜਸ ਕਰ ਰਹੇ ਹਨ। ਸੁਣ ਸਿਮਰ ਹੈ ਗੁਣੀ ਚਤੁਰ ਸਭ ਬੇਤੇ, ਸਿਮਰ ਹੈ ਰੈਣੀ ਅਰ ਦਿਨਾ। ਗੁਰੂ ਪਾਤਸ਼ਾਹ ਨੇ ਗੱਲ ਹੀ ਮੁਕਾ ਦਿੱਤੀ, ਕਹਿੰਦੇ ਦੇਖੋ ਵੱਡੇ ਵੱਡੇ ਗੁਣੀਵਾਨ ਪੁਰਸ਼ ਜਿਨ੍ਹਾਂ ਨੂੰ ਮਾਲਕ ਨੇ ਗਿਆਨ ਬਖਸ਼ਿਆ ਏ, ਉਹ ਗੁਣੀ ਪੁਰਸ਼ ਵੀ ਉਸ ਮਾਲਕ ਦਾ ਸਿਮਰਨ ਕਰਦੇ ਹਨ। ਆਪਾਂ ਰੋਜ਼ਾਨਾ ਪੜ੍ਹਦੇ ਨਾ ਸਤਿਗੁਰ ਦੇ ਬਚਨ ਕਿ ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਜਪ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਇਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਕਿ ਪਰਮਾਤਮਾ ਸਾਰੇ ਤੈਨੂੰ ਚੇਤੇ ਕਰਦੇ ਨੇ, ਚਾਹੇ ਗਿਆਨੀ ਪੁਰਸ਼ ਨੇ ਜਾਂ ਧਿਆਨ ਧਾਰਨ ਵਾਲੇ ਹਨ, ਉਹ ਵੀ ਤੈਨੂੰ ਯਾਦ ਕਰ ਰਹੇ ਨੇ। ਪਰ ਤੇਰੀ ਜਿਹੜੀ ਕੀਮਤ ਹੈ ਕਹਿ ਕੇ ਦੱਸੀ ਨਹੀਂ, ਤੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ। ਵੱਡੇ ਵੱਡੇ ਸਿੱਧ ਪੁਰਸ਼, ਜਤੀ ਪੁਰਸ਼ ਸਾਰੇ ਉਸ ਮਾਲਕ ਨੂੰ ਚੇਤੇ ਕਰ ਰਹੇ ਹਨ।
तो इत्थे सतगुरु कहते इस प्रकार जिन्ने भी गुणी पुरुष ने, गुणवान पुरुष ने, जिन्होंने मालक ने ज्ञान बख्शिया है, वो भी मालक जी तैनू चेते कर। देखो गुणियां दी जे आपां गल करिए ना, गुणियां दे विचों गुणवान होए ने कलगीधर पातशाह महाराज दे समय भाई नंद लाल सिंह जी। नंद लाल जदों पिछोकड़ पढ़ते हैं भाई नंद लाल जी का, कहते ने बादशाह औरंगजेब की कचहरी दे विच ते विद्वानां दी सभा सजी है, विच बादशाह औरंगजेब का पुत्र बहादुर शाह भी बैठा होया। कोई इहो जे एक कुरान की एक इहो जी आयत आ गई जिहदा किसी भी मौलाने पासों, काजी पासों, किसी विद्वान पासों अर्थ नहीं हो सकिया। तो शहजादे नूं अगों औरंगजेब आखण लग्या कि तू दे अर्थ करके आने ने। हुण भाई नंद लाल जी बहादुर शाह नूं विद्या पढ़ाउंदे सी। बहादुर शाह दे बड़े नेड़े सन, मुनीम सी दे। जदों ये बहादुर शाह नंद लाल दे कोल गया, नंद लाल ने अगों गुरु सवारे उन्होंने ये आयत दसी है, तो नंद लाल जी ने दे अर्थ कर दिते। जो बहादुर शाह ने भरी सभा जाके अर्थ सुनाए, तो औरंगजेब अर्थ सुनदा ते कहंदा ये तू नहीं अर्थ कीते हाँ, मैनू तेरे बारे पता है, तेरी इन्नी बुद्धि उज्जल नहीं है कि जिहड़े अर्थ ने बड़े विद्वान दे कीते उन्हें वो बड़ा सुलझिया होया विद्वान है, जिन्हां दे अर्थ कीते ने वो कौन है। ते भारी सभा दे विच ये आखना कीता कि मेरा मुनीम नंद लाल। जदों औरंगजेब ने यह सुनिया कि नंद लाल मुनीम मेरा, जिहड़ा नंद लाल हिंदू, तो औरंगजेब ने उस समय हुक्म कर दिता कि जां तां इहनूं इस्लाम विच लिआंदा जावे, जे इस्लाम कबूल नहीं करता फिर उन्हें खत्म किया जावे। इहो जे विद्वान इस्लाम लई खतरा हन। हुण बहादुर शाह ने उस समय नंद लाल दे कोल गया, कहन लग्या तैनू इस्लाम किवें लगदा है, पुछदा है नंद लाल जी नूं। ते नंद लाल जी कहन लगे कि इस्लाम वधिया धर्म है, हर एक मनुख नूं अपना अपना धर्म प्यारा है, इस्लाम की रोह रीति वधिया, ते सारे ही कर्म वधिया हैं, 5 समय ये निवाज अदा करते हैं, वधिया गल है, पर खुदा नूं चेते करते हैं। कहन लगे जे तैनू इस्लाम विच लिआंदा जावे फिर दस। ते भाई नंद लाल जी कहन लगे कि ये नहीं हो सकता, मैनू अपना धर्म प्यारा है। तो बहादुर शाह कहन लगा भी इंज कर, रातों रात तू इत्थों अगे चलिया जा, जेकर इत्थे रहा, जे तैनू सिपाही पकड़नगे दीने इस्लाम कबूल कराणगे, जे नहीं कबूल करवाया फिर तेरा कतल किया जाएगा। तो भाई नंद लाल जी कहने कित्थे जाना करा। तो बहादुर शाह कहन लग्या दुनिया दे विच केवल ते केवल एक घर ऐसा है, वो है गुरु नानक दा घर। तो गुरु नानक दे घर दे 10वीं जोत दे वारस हन 10वें पातशाह धन गुरु गोबिंद सिंह महाराज। तो उन्होंने शरण में जाना कि उत्थे तक मेरे पिता दे अबू जान दे हाथ नहीं पहुँच सकते हैं। कहते ने इत्थों फिर नंद लाल गुरु कलगियां वाले पातशाह की हजूरी चल के आया, सतगुरां की टहल सिया विच हाज़र होया। तो पातशाह ने आउंदियां सार ही इनू भांडे मांजण लई ला दिता, बर्तन सोधण लई। तो बर्तन सोधण वास्ते लाया। तो नंद लाल देखदा कि मैं एडा वड्डा विद्वान, मन च विचार आ रही है, एडा वड्डा मैं विद्वान, मेरे को इन्नी विद्या है, मैं सोहणियां सोहणियां कवितावां लिखदा हाँ, तो कलगीधर पातशाह महाराज ने मैनू बर्तन सोधण लई ला दिता। असल विच कारण सी
ਜਿਹੜੀ ਥੋੜ੍ਹੀ ਜਿਹੀ ਮੈਂ ਸੀ ਨਾ, ਮੈਂ ਨੂੰ ਸਤਿਗੁਰੂ ਨੇ ਮਕਾਉਣਾ ਸੀ। ਭਾਂਡੇ ਮਾਂਜਣ ਵਾਲੇ ਗੁਰੂ ਘਰ ਵੇਖਿਆ ਆਪਾਂ ਭਾਂਡੇ ਮਾਂਜੀਏ, ਜੋੜੇ ਝਾੜੀਏ, ਜੋੜੇ ਸਾਫ਼ ਕਰੀਏ, ਇਹ ਬਹੁਤ ਵੱਡਾ ਮਹਾਤਮ ਹੈ। ਗੁਰੂ ਘਰ ਵਿੱਚ ਝਾੜੂ ਲਾਇਆ ਜਾਂਦਾ ਨਾ, ਸੰਗਤ ਝਾੜੂ ਲਾਉਂਦੀ ਹੈ, ਕੂੜਾ ਕਰਕਟ ਜਦੋਂ ਚੁੱਕ ਕੇ ਡਸਟਬਿਨ 'ਚ ਪਾਉਣਾ, ਸਫਾਈ ਕਰਨੀ, ਪੋਚਾ ਲਾਉਣਾ। ਜਿਵੇਂ ਝਾੜੂ ਗੁਰੂ ਸਰ ਸਾਰਾ ਕੂੜਾ ਕਰਕਟ ਇੱਕ ਥਾਂ 'ਤੇ ਇਕੱਤਰ ਕਰ ਦਿੰਦਾ ਹੈ, ਅਤੇ ਇਸੇ ਤਰ੍ਹਾਂ ਜਿਵੇਂ ਆਪਾਂ ਬਾਹਰ ਸਾਫ਼ ਕਰਦੇ ਹਾਂ, ਅਤੇ ਸਾਡਾ ਅੰਦਰ ਵੀ ਗੁਰੂ ਦੇ ਦਰ 'ਤੇ ਜਿਵੇਂ ਝਾੜੂ ਨਾਲ ਸਫਾਈ ਹੁੰਦੀ ਹੈ, ਇਸ ਤਰ੍ਹਾਂ ਸਾਡੇ ਅੰਦਰ ਸਫਾਈ ਹੁੰਦੀ ਹੈ। ਇਹ ਭਾਵਨਾ ਦੇ ਰਾਹੀਂ ਆਪਾਂ ਗੁਰੂ ਦੇ ਦਰ 'ਤੇ ਸੇਵਾ ਕਰੀਏ। ਭਾਵਨਾ ਨਾਲ ਕੀਤਾ ਹੋਇਆ ਕੋਈ ਵੀ ਕਾਰਜ ਹੈ ਗੁਰੂ ਦਰ 'ਤੇ ਮੰਨਿਆ ਜਾਂਦਾ ਹੈ। ਹੁਣ ਸਤਿਗੁਰੂ ਨੂੰ ਪਤਾ ਸੀ ਕਿ ਥੋੜ੍ਹਾ ਜਿਹਾ ਇਹਨੂੰ ਆਪਣੀ ਵਿਦਵਤਾ ਦਾ ਮਾਣ ਹੈ, ਹੰਕਾਰ ਹੈ, ਅਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਭਾਂਡੇ ਸੁੱਧਣ ਲਾ ਦਿੱਤਾ। ਜਦੋਂ ਭਾਂਡੇ ਸੋਧਦਾ, ਸੁੱਕ ਮਾਂਜ ਕਰਦਾ, ਨਾਲੇ ਗੁਰੂ ਗੁਰੂ ਜਪਦਾ, ਹੌਲੀ ਹੌਲੀ ਜਿਹੜੀ ਉਹ ਮੈਲ ਸੀ ਨਾ ਉਹ ਧੋਤੀ ਗਈ। ਅੱਜ ਬਿਲਕੁਲ ਸ਼ੁੱਧ ਹੋ ਗਿਆ। ਅਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਫਿਰ ਇਹਨੂੰ ਆਪਣੇ ਕੋਲ ਰੱਖਿਆ। 52 ਕਵੀਆਂ ਦੇ ਵਿੱਚੋਂ ਇਹ ਮੁੱਖ ਕਵੀ ਨੰਦ ਲਾਲ ਸਨ, ਕਵੀ ਸੈਨਾਪਤੀ ਇਹ ਮੁੱਖ ਕਵੀ ਸਨ। ਕਹਿੰਦੇ ਕਲਗੀਧਰ ਪਾਤਸ਼ਾਹ ਨੇ ਜਦੋਂ ਲੰਗਰਾਂ ਦੇ ਬਰਤਨ ਸੋਧਦਾ ਨਾ, ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਲੰਗਰ ਦਾ ਜਥੇਦਾਰ ਬਣਾ ਦਿੱਤਾ। ਲੰਗਰ ਦਾ ਜਥੇਦਾਰ ਬਣਾਇਆ ਕਿਉਂਕਿ ਪੁਰਾਣਾ ਸਮਾਂ ਸੀ ਉਦੋਂ, ਜੋ ਸਤਿਗੁਰੂ ਪਾਤਸ਼ਾਹ ਦੇ ਦਰ 'ਤੇ ਸੰਗਤਾਂ ਆਉਂਦੀਆਂ ਸਨ, ਉੱਥੇ ਲੰਗਰ ਤਿਆਰ ਵੱਖਰੇ ਵੱਖਰੇ ਲੰਗਰ ਤਿਆਰ ਹੁੰਦੇ ਸਨ ਤਾਂ ਕਿ ਸੰਗਤਾਂ ਛਕ ਸਕਣ। ਵੱਖਰੇ ਵੱਖਰੇ ਜਥੇਦਾਰ ਪਾਤਸ਼ਾਹ ਨੇ ਲਾਏ ਹੋਏ ਸਨ। ਇੱਕ ਲੰਗਰ ਦਾ ਪ੍ਰਬੰਧ ਭਾਈ ਨੰਦ ਲਾਲ ਨੂੰ ਦੇਣਾ ਚਾਹੀਦਾ ਕਿ ਤੁਸੀਂ ਇਹਦਾ ਪ੍ਰਬੰਧ ਕਰਨਾ ਹੈ। ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਦੇ ਮਨ 'ਚ ਇਹ ਵਿਚਾਰ ਆਈ ਕਿ ਚਲੋ ਮੈਂ ਪਰਖ ਕੇ ਦੇਖਾਂ ਕਿ ਜਿਹੜੇ ਸਿੰਘ ਮੈਂ ਲੰਗਰ ਦੇ ਜਥੇਦਾਰ ਲਾਏ ਨੇ, ਸਾਰੇ ਲੰਗਰ ਦੀ ਸੰਭਾਲ ਕਰਦੇ ਨੇ, ਕਿ ਆਈਆਂ ਗਈਆਂ ਸੰਗਤਾਂ ਨੂੰ ਉਹ ਲੰਗਰ ਸਹੀ ਤਰੀਕੇ ਨਾਲ ਛਕਾਉਂਦੇ ਕਿ ਨਹੀਂ ਛਕਾਉਂਦੇ ਹਨ। ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਲਿਬਾਸ ਬਦਲਿਆ। ਲਿਬਾਸ ਬਦਲ ਕੇ ਸਤਿਗੁਰੂ ਇਕੱਲੇ ਇਕੱਲੇ ਸਿੰਘ ਦੇ ਲੰਗਰ ਵਿੱਚ ਜਾਂਦੇ ਨੇ। ਕਹਿਣ ਲੱਗੇ 2 ਦਿਨ ਤੋਂ ਮੈਂ ਭੁੱਖਾ ਹਾਂ, ਮੈਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਵੋ। ਅੱਗੋਂ ਸਿੰਘ ਆਖਣ ਲੱਗੇ, ਕਹਿਣ ਲੱਗੇ ਇਹ ਸਮਾਂ ਪ੍ਰਸ਼ਾਦੇ ਦਾ ਨਹੀਂ, ਹੁਣ ਲੰਗਰ ਮਸਤਾਨਾ ਹੋ ਚੁੱਕਾ ਹੈ, ਸਵੇਰ ਵੇਲੇ ਲੰਗਰ ਤਿਆਰ ਕਰਾਂਗੇ, ਉਦੋਂ ਆ ਕੇ ਛਕ ਲੈਣਾ, ਹੁਣ ਨਹੀਂ ਸਮਾਂ। ਕਹਿ ਦੂਜੇ ਦੇ ਲੰਗਰ ਵਿੱਚ ਗਏ, ਦੂਜੇ ਸਿੰਘ ਨੇ ਵੀ ਇਹੀ ਜਵਾਬ ਦੇਣਾ ਕੀਤਾ। ਇਸ ਤਰ੍ਹਾਂ ਵਿਚਰਦੇ ਹੋਏ ਭਾਈ ਨੰਦ ਲਾਲ ਸਿੰਘ ਦੇ ਲੰਗਰ 'ਚ ਪਹੁੰਚ ਗਏ। ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਨੇ ਭੇਸ ਬਦਲਿਆ। ਕਹਿਣ ਲੱਗੇ ਇਹ ਗੁਰੂ ਕੇ ਸਿੱਖਾ, ਸਾਨੂੰ ਭੁੱਖ ਲੱਗੀ ਹੈ, 2 ਦਿਨ ਤੋਂ ਮੈਂ ਪ੍ਰਸ਼ਾਦਾ ਨਹੀਂ ਛਕਿਆ, ਮੇਰੇ ਲਈ ਮੈਨੂੰ ਪ੍ਰਸ਼ਾਦਾ ਛਕਾਣਾ ਕਰੋ। ਭਾਈ ਨੰਦ ਲਾਲ ਜੀ ਕਹਿਣ ਲੱਗੇ ਤੁਸੀਂ ਬੈਠੋ, ਮੈਂ ਹੁਣੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਉਂਦਾ। ਕਹਿੰਦੇ ਸਰਦੀ ਦੀ ਰੁੱਤ ਸੀ, ਸਿਆਲਾਂ ਦੇ ਦਿਨ ਸਨ। ਭਾਈ ਨੰਦ ਲਾਲ ਜੀ ਨੇ ਸਭ ਤੋਂ ਪਹਿਲਾਂ ਗੁਰੂ ਕਲਗੀਧਰ, ਨੂੰ ਪਤਾ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਹਨ, ਪਹਿਲਾਂ ਭਾਈ ਨੰਦ ਲਾਲ ਜੀ ਨੇ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਦੇ ਕਹਿੰਦੇ ਹੱਥ ਸੁੱਚੇ ਕਰਾਏ, ਚਰਨ ਧੋਤੇ ਕਿ ਗੁਰੂ ਕੇ ਲੰਗਰ ਵਿੱਚ ਚੱਲ ਕੇ ਆਏ ਕੋਈ ਗਰੀਬੜਾ ਹੈ, ਜੋ ਚਰਨ ਧੋਤੇ, ਫਿਰ ਲੰਗਰ ਤਿਆਰ ਕਰਕੇ ਸਤਿਗੁਰੂ ਮਹਾਰਾਜ ਦੇ ਜੋ ਰੁੱਖਾ ਸੁੱਖਾ ਸੀ ਉਹ ਤਿਆਰ ਕਰਕੇ ਅੱਗੇ ਰੱਖ ਦਿੱਤਾ। ਜੋ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਲੰਗਰ ਛਕੋ, ਇਹ ਗੁਰੂ ਕੇ ਸਿੱਖਾ ਲੰਗਰ ਤਿਆਰ ਹੋ ਗਿਆ, ਲੰਗਰ ਛਕਣਾ ਕਰੋ। ਅਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਸਮੇਂ ਆਪਣੇ ਮੁੱਖ ਤੋਂ ਵਸਤਰ ਉਤਾਰਿਆ। ਜਦੋਂ ਵਸਤਰ ਉਤਾਰਿਆ ਅਤੇ ਭਾਈ ਨੰਦ ਲਾਲ ਜੀ ਨੇ ਦੇਖਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗਦਗਦ ਹੋ ਗਏ, ਸਤਿਗੁਰਾਂ ਦੇ ਚਰਨਾਂ 'ਚ ਆਪਣਾ ਸੀਸ ਰੱਖਿਆ ਅਤੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਬੜੇ ਪ੍ਰਸੰਨ ਹੋਏ। ਕਹਿਣ ਲੱਗੇ ਭਾਈ ਨੰਦ ਲਾਲ ਜੀ ਤੁਸੀਂ ਸਹੀ ਤਰੀਕੇ ਨਾਲ ਗੁਰੂ ਕਾ ਲੰਗਰ ਚਲਾ ਰਹੇ ਹੋ। ਗੁਰੂ ਨਾਨਕ ਦੇ ਘਰ ਦੇ ਵਿੱਚ ਕਦੋਂ ਵੀ ਲੋੜਵੰਦ ਚੱਲ ਕੇ ਆਵੇ, ਕੋਈ ਸਮਾਂ ਹੋਵੇ, ਉਦੋਂ ਇਹ ਨਹੀਂ ਵਿਚਾਰ ਕਰਨੀ ਕਿ ਇਹ ਸਮਾਂ ਨਹੀਂ ਹੈ ਲੰਗਰ ਪ੍ਰਸ਼ਾਦੇ ਦਾ, ਇਹ ਸਮਾਂ ਨਹੀਂ ਹੈ ਚਾਹ ਦਾ। ਜਦੋਂ ਕੋਈ ਆ ਕੇ ਮੰਗੇ ਕਿ ਸਾਨੂੰ ਆਹ ਛਕਾਣਾ ਕਰੋ, ਲੰਗਰ ਦੇ ਦਿਓ, ਜਲ ਪਾਣੀ ਛਕਾਵੋ, ਅਤੇ ਉਦੋਂ ਸਾਨੂੰ ਤਿਆਰ ਕਰਨਾ ਚਾਹੀਦਾ ਗੁਰੂ ਸਵਾਰੇ।
घर दे इसे तरह गुरु गुरसिख का जिहड़ा घर है वो भी एक तरह गुरु का लंगर ही है। सिख अपने घर विच रह रहे ना, कोई अतिथि चल के आवे, कोई लोड़वंद चल के आवे, भुखे नूं सिख ने प्रसादा छकाना, भुखा नहीं जाण देना। ये सतगुरु ने सानू सिखाया है। गुरु सवारियों, जो सतगुरु महाराज ने बख्शिश की, हो प्रसन्नता हो गई पातशाह की। सवेरे वेले सतगुरु के दीवान सज गए, सारे जिन्ने भी लंगर के जथेदार सन, कल्ले कल्ले नूं सतगुरु पुछदे कि भाई तुहाडे लंगरां च की बनदा? कोई कहंदा सतगुरु असीं खीर बनाते हैं, असीं फलानी फलाना भाजा बनाते हैं, आ दाल बनती है, आ प्रशादा बनता है। तो सतगुरु सुनते रहे, सारे सुन के सतगुरु कहन लगे भाई तुहाडा लंगर काना है, तुहाडा लंगर काना, जिथे लोड़वंद की सहायता ना होवे, भुखे नूं प्रशादा मौके ते ना मिले, वो लंगर काना है। कहते भाई नंद लाल सिंह का लंगर साडे दर ते प्रवान है। जो सिंह आखण लगे पातशाह साडा काना किवें होया? कलगीधर पातशाह कहन लगे जदों असी रात वेले तुहाडे कोल चल के आए सी, तुहाडे कोल एक पुरख चल के लंगर मंगे, तुसीं आख्या कि सवेर वेले हुण समा नहीं है। सतगुरु कहन लगे होर कोई नहीं सो, मैं ही चल के आया सी। मैं परख कीती सी कि वाकई जिहड़े मेरे सिंह लंगर ला रहे ने, ये वाकई ये मर्यादा अनुसार सही चल रहे कि नहीं चल रहे हैं। तो सतगुरु महाराज ने फिर खिमा मंगी सारिਆਂ ने कि सतगुरु सानू खिमा करना करो। सो गुरु सवारे इहो जे गुणवान पुरुष, भाई नंद लाल जैसे, कवि सैनापति जैसे, होर पता नहीं किन्ने दी आपां गल करिए, जिहड़े परमात्मा के गुणां दा गायन करते हैं, गुरु गुरु जपते हैं। इत्थे सतगुरु यही वचन करते हैं, कहते सिमर है गुणी चतुर सब बेते। हे परमात्मा तैनू सिमरते हैं किहड़े गुणी पुरुष, चतुर जिहड़े चार, जिहड़े बड़े चार वेदां दे ज्ञाता हैं, सियाणे हैं। कहते सिमर है रैणी हर दिन, इत्थों तक जिहड़े दिन बनया होया रात है, फिर दिन आउंदी, दिन चढ़ता है, क्या दिन भी ते रात भी परमात्मा तैनू ही सिमर रहा है, तेरा ही सिमरन कर रहे हैं। जिंज कह लीए कि दिने रात ये चतुर बंदे जिहड़े गुणीवान पुरुष ने, गुणवान ने, वो परमात्मा तेरे गुणां दा दिने रात तैनू चेते करते हैं, तेरा सिमरन करते हैं। सिमर है घड़ी मूरत पल निमखा, सिमर है काल अकाल सुच सोचा। गुरु पातशाह जी वचन करते हैं कि जिन्ने भी समय की वंड की गई है, घड़ियां दे विच, मूरतां दे विच, पलां दे विच, निमख अख झमकण तो पहलां दा समय नूं कहंदे निमख, ये सारे समय की वंड है। कहंदे ने ये जिन्ने भी चाहे निमख है, पल है, घड़ियां हन, मूरत हन, कहंदे ये भी परमात्मा तैनू ही सिमर रहे हैं। तेरे जिहड़े प्यारे ने नाम जपण वाले हन, एक घड़ी मात्र भी तैनू त्यागदे नहीं, एक निमख मात्र भी तैनू त्यागदे नहीं। हर पल हर मूरत वो चंगे माड़े दी विचार नहीं करते, वो तैनू ही सिमरते, तेरा जस करते हैं, तेरे गुणां दा गायन करते हैं। इत्थों तक पातशाह कहते ने सिमर है काल अकाल सुच सोचा। जिथे घड़ियां सिमरदियां ने ते मूरत सिमरते हैं, पल सिमरते हैं, निमक सिमरते हैं, उत्थे पातशाह कहते सिमर है काल। काल कहते मौत नूं, कि मौत भी परमात्मा तैनू ही सिमरदी है, जो तेरी रजा विच है। जो मनुख की मौत आती, जीव की मौत आती ना, उदों मता मन विच ये विचार करनी कि मौत अपनी मर्जी नाल आउंदी नहीं, परमात्मा के हुक्म की बधी हुई है। जो वाहिगुरू का हुक्म हुंदा ना कि फलाणे का समा हो चुका है तो फलाणे नूं हुण तूं लैके आ, तो उदों फिर मौत दस्तक दिंदी है, उदों जीव का फिर अंत समा आउंदा। चाहे वह पशु है, पंछी है, मनुख कोई भी है, कोई किसी नूं नहीं मारदा। मारन वाला तो जीवालन वाला परमात्मा है। तो ये मौत भी उस मालक के भै दे विच है, उहदी रजा विच उहनूं सिमरदी है।
ਅਕਾਲ ਸੁਚ ਸੋਚਾ। ਤੇ ਅਕਾਲ ਜਿਹੜਾ ਪਰਮਾਤਮਾ, ਕਾਲਣ ਕੋ ਕਾਲ ਮਹਾਕਾਲਣ ਕੋ ਕਾਲ ਹੈ। ਕਾਲ ਵੀ ਉਸ ਅਕਾਲ ਪੁਰਖ ਨੂੰ ਇਸ ਤਰ੍ਹਾਂ ਹਰ ਸਮੇਂ ਗੁਰੂ ਸਰੇ ਇਹ ਮੌਤ ਵੀ ਸਿਮਰਤੀ ਦੇ ਭੈ ਵਿੱਚ ਚੱਲਦੀ ਹੈ, ਇਸ ਤਰ੍ਹਾਂ ਉਸ ਨੂੰ ਚੇਤੇ ਕਰਦੀ ਹੈ। ਸਿਮਰ ਹੈ ਸੌਣ ਸ਼ਾਸਤਰ ਸੰਜੋਗਾ, ਅਲਖ ਨਾ ਲਖੀਐ ਇੱਕ ਖੇਨਾ। ਗੁਰੂ ਪਾਤਸ਼ਾਹ ਕਹਿੰਦੇ ਜਿੰਨੇ ਵੀ ਸੌਣ ਸ਼ਾਸਤਰ ਸੰਜੋਗਾ, ਜਿੰਨੇ ਵੀ ਸੌਣ ਹਨ, ਸ਼ਸਤਰ ਇਤਿਆਦਿਕ ਹਨ, ਸੰਜੋਗਾਂ ਦੇ ਰਾਹੀਂ ਕਹਿੰਦੇ ਇਹ ਸਾਰੇ ਮਾਲਕ ਤੈਨੂੰ ਹੀ ਸਿਮਰਦੇ ਹਨ, ਤੈਨੂੰ ਚੇਤੇ ਕਰਦੇ ਹਨ। ਪਰ ਅਲਖ ਨਾ ਲਖੀਐ ਇੱਕ ਖੇਣਾ, ਚੇਤੇ ਤਾਂ ਸਾਰੇ ਕਰ ਰਹੇ ਨੇ, ਜਪ ਸਾਰੇ ਰਹੇ ਹਨ, ਪਰ ਕਹਿੰਦੇ ਜਿਹੜਾ ਅਲਖ ਲਖਣਾ ਤੋਂ ਰਹਿਤ ਪਰਮੇਸ਼ਰ ਹੈ ਨਾ, ਉਹ ਇੱਕ ਖਿਣ ਮਾਤਰ ਵੀ ਲਖਿਆ ਨਹੀਂ ਜਾ ਸਕਦਾ ਹੈ, ਉਹਨੂੰ ਜਾਣਿਆ ਨਹੀਂ ਜਾ ਸਕਦਾ। ਉਹ ਹਾਂ ਪਰਮਾਤਮਾ ਦੇ ਸਿਮਰਨ ਕਰਨ, ਬੰਦਗੀ ਕਰਨ ਵਾਲੇ, ਵਾਹਿਗੁਰੂ ਦੀ ਇਬਾਦਤ ਕਰਨ ਵਾਲੇ, ਪਰਮਾਤਮਾ ਦੇ ਗੁਣ ਗਾਇਨ ਕਰਕੇ ਪਰਮਾਤਮਾ ਵਿੱਚ ਅਭੇਦ ਹੁੰਦੇ ਨੇ, ਲੀਨ ਹੁੰਦੇ ਹਨ। ਪਰ ਸਿਮਰਦਾ ਗੁਰੂ ਸਵਾਰਿਓ ਉਸ ਮਾਲਕ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦੇ ਬਾਅਦ ਕੋਈ ਜਾਣ ਨਹੀਂ ਸਕਦਾ ਹੈ। ਜਿਹਦੇ ਬਾਅਦ ਜਾਣ ਲਿਆ ਜਾਵੇ ਕਿ ਪਰਮਾਤਮਾ ਦਾ ਆਹ ਹੱਦ ਬਣਾ, ਪਰਮਾਤਮਾ ਐਡਾ ਵੱਡਾ ਹੈ, ਉਹਦਾ ਆ ਵਿਰਾਟ ਸਰੂਪ ਹੈ, ਅਤੇ ਫਿਰ ਤਾਂ ਗੁਰੂ ਸਰ ਦਾ ਕੋਈ ਉਹ ਬੇਅੰਤ ਨਹੀਂ ਹੋ ਸਕਦਾ। ਉਹ ਤਾਂ ਅੰਤ ਨਾ ਅੰਤਾ ਸਦਾ ਬੇਅੰਤਾ ਨਾ, ਬੇਅੰਤ ਦਾ ਅੰਤ ਨਹੀਂ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦਾ ਅਸੰਖ, ਅਸੰਖ ਤੋਂ ਭਾਵ ਜਿਹਦੀ ਗਿਣਤੀ ਨਾ ਕੀਤੀ ਜਾ ਸਕੇ, ਅਸੰਖ ਗਿਣਤੀ ਨਾ ਕੀਤੀ ਜਾ ਸਕਦੇ। ਅਤੇ ਪਰਮਾਤਮਾ ਨੇ ਮਨੁੱਖਾਂ ਉੱਤੇ, ਮਨੁੱਖਤਾ ਉੱਤੇ ਐਡੇ ਵੱਡੇ ਪਰਉਪਕਾਰ ਕੀਤੇ ਨੇ ਕਿ ਪਰਮਾਤਮਾ ਦੇ ਕੀਤੇ ਹੋਏ ਪਰਉਪਕਾਰਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ। ਜੰਮਣ ਤੋਂ ਲੈ ਕੇ ਮਰਨ ਤੱਕ ਵਾਹਿਗੁਰੂ ਸਾਡੇ ਉੱਤੇ ਪਰਉਪਕਾਰ ਹੀ ਕਰਦਾ ਆ ਰਿਹਾ ਹੈ, ਅਤੇ ਉਹਦੇ ਜਿਹੜੇ ਪਰਉਪਕਾਰ ਨੇ ਉਹ ਸੰਖ ਨੇ, ਗਿਣਤੀ ਤੋਂ ਰਹਿਤ ਹਨ, ਗਿਣੇ ਨਹੀਂ ਜਾ ਸਕਦੇ। ਜਦੋਂ ਉਹਦੇ ਪਰਉਪਕਾਰ ਨਹੀਂ ਗਿਣੇ ਜਾ ਸਕਦੇ ਹਨ, ਅਤੇ ਪਰਮਾਤਮਾ ਕਿੱਡਾ ਵੱਡਾ ਹੋਵੇਗਾ। ਪਰਮਾਤਮਾ ਨੂੰ ਆਪਾਂ ਕਿਵੇਂ ਜਾਣ ਸਕਾਂਗੇ ਕਿ ਉਹ ਕਿੱਡਾ ਕੁ ਵੱਡਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਹਨ, ਕਹਿੰਦੇ ਭਾਈ ਉਹ ਜਿਹੜਾ ਪਰਮਾਤਮਾ ਹੈ ਅਲਖ ਨਾ ਲਖੀਐ, ਲਖਿਆ ਨਹੀਂ ਜਾ, ਲਖਿਆ ਨਹੀਂ, ਜਾਣਿਆ ਨਹੀਂ ਜਾ ਸਕਦਾ ਹੈ। ਇੱਕ ਖਿਣ ਮਾਤਰ ਵੀ ਕਹਿੰਦੇ ਉਸ ਪਰਮਾਤਮਾ ਬਾਬਤ ਜਾਣਿਆ ਨਹੀਂ ਜਾ ਸਕਦਾ ਹੈ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਪਰਮੇਸ਼ਰ ਕੈਸਾ ਹੈ? ਕਹਿੰਦੇ ਕਰਨ ਕਰਾਵਨ ਹਾਰ ਸੁਆਮੀ, ਜੋ ਕੁਝ ਸੰਸਾਰ ਵਿੱਚ ਹੋ ਰਿਹਾ ਉਹ ਪਰਮਾਤਮਾ ਕਰ ਰਿਹਾ ਹੈ। ਕਰਾਵਨ ਹਾਰ, ਜੀਵਾਂ ਪਾਸੋਂ ਉਹ ਕਰਾ ਰਿਹਾ ਹੈ, ਸਾਰਿਆਂ ਦਾ ਉਹ ਸੁਆਮੀ ਹੈ, ਮਾਲਕ ਹੈ। ਕਹਿੰਦੇ ਸਗਲ ਘਟਾ ਕੇ ਅੰਤਰਜਾਮੀ, ਉਹ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਹੈ। ਸੰਸਾਰ ਦੇ ਵਿੱਚ ਮਨੁੱਖ ਪਾਸੋਂ ਗੁਨਾਹ ਹੁੰਦੇ ਨੇ, ਪਾਪ ਹੁੰਦੇ ਨੇ, ਮਨੁੱਖ ਨੇ ਗਲਤ ਕੰਮ ਕੀਤਾ, ਮਨੁੱਖ ਸਮਾਜ ਦੀ ਨਿਗਾਹ ਦੇ ਵਿੱਚ ਆਪਣੇ ਆਪ ਨੂੰ ਛੁਪਾ ਕੇ ਰੱਖ ਲਵੇਗਾ। ਪਰਿਵਾਰ ਦੇ ਵਿੱਚ ਕੋਈ ਗਲਤੀ ਹੋ ਗਈ ਅਤੇ ਪਰਿਵਾਰ ਵਿੱਚੋਂ ਆਪਣੀ ਗਲਤੀ ਨੂੰ ਉਹ ਛੁਪਾ ਸਕਦਾ ਹੈ, ਰਿਸ਼ਤੇਦਾਰੀ ਛੁਪਾ ਸਕਦਾ ਹੈ। ਪਰ ਗੁਰੂ ਸਵਾਰਿਓ ਪਰਮਾਤਮਾ ਦੀ ਦਰਗਾਹ ਦੇ ਵਿੱਚ, ਵਾਹਿਗੁਰੂ ਦੇ ਕੋਲ ਉਹ ਗਲਤੀ ਨਹੀਂ ਛੁਪਾਈ ਜਾ ਸਕਦੀ ਹੈ। ਜਿਵੇਂ ਸਾਡੇ ਸਰੀਰ ਨੂੰ ਕੋਈ ਰੋਗ ਲੱਗਦਾ ਨਾ, ਸਾਡੇ ਪੇਟ 'ਚ ਦਰਦ ਹੋਈ, ਛਾਤੀ ਦਰਦ ਹੋਇਆ, ਅਤੇ ਆਪਾਂ ਉਸ ਰੋਗ ਦਾ ਇਲਾਜ ਕਰਾਉਣ ਵਾਸਤੇ ਡਾਕਟਰ ਕੋਲ ਗਏ। ਡਾਕਟਰ ਨੇ ਫਿਰ ਚੈੱਕਅਪ ਕੀਤਾ, ਕਹਿੰਦਾ ਸਕੈਨ ਕਰਾ ਕੇ ਲਿਆ। ਸਕੈਨ ਕੀਤੀ ਜਾਂਦੀ ਹੈ, ਜਿਹੜੀ ਬਿਮਾਰੀ ਹੁੰਦੀ ਹੈ ਉਹ ਫਿਰ ਉਹ ਸਕੈਨ ਦੇ ਵਿੱਚ ਆ ਜਾਂਦੀ ਹੈ ਕਿ ਇਹ ਫਲਾਣਾ ਰੋਗ ਤੈਨੂੰ ਲੱਗਿਆ, ਆਹ ਕਾਰਨ ਹੈ ਜਿਸ ਕਰਕੇ ਤੇਰੇ ਪੇਟ 'ਚ ਇਹ ਦਰਦ ਹੋ ਰਹੀ ਹੈ, ਇਨਫੈਕਸ਼ਨ ਵਧੀਆ ਹੋਇਆ ਹੈ। ਉਹ ਡਾਕਟਰਾਂ ਦਾ ਆਪਣੀ ਜਿਸ ਤਰ੍ਹਾਂ ਉਹ ਰੋਗ ਦੇ ਦੱਸ ਦਿੰਦੇ ਨੇ। ਇਸੇ ਤਰ੍ਹਾਂ ਹੀ
परमात्मा की दरगाह दे विच भी जदों मनुख कहता कि मैं ये काम नहीं किया, मैं माड़ा काम नहीं किया, तो जिवें स्कैन की जाते हैं इस तरह सारे गुनाह सामने आ जाते कि देख भाई फलाना समा सी, आ समा सी, आ दिन सी, ते आ तो काम किया है, आ तरीक सी, तो उदों फिर मनुख नूं मनना पैंदा कि बाकी मैं ये काम किया है। उत्थे इनकार ही नहीं हो सकता, उत्थे फिर ये बख्शिया नहीं जाता। जे पहले ही हाथ जोड़ दे कि नहीं परमात्मा मेरे पासों गलती हुई है। देखो आप शाम को सोदर की बाणी पढ़ते हैं, सोदर की बाणी पढ़नी फिर सौण वेले सोहला साहब पढ़ना, ये कारण की है? क्यों गुरु साहब ने सानू हुक्म किया? असल में सतगुरु कहते तेरे जाने अणजाने सिखा जीवन में विचरदियां होए ते तो छोटे बड़े पाप हो सकते हैं, छोटियां बड़ियां गलतियां हो सकदियां ने, पर जब तू शाम वेले सौण वेले संबत साहा लिखिया मिलकर पावो तेल, देहो सज्जन असीसड़ियाँ ज्यों होवै सहब स्यों मेल। जब तू आखेगा कि करो विनंती सुनो मेरे मीता, संत टहल की बेला, ईहाँ खाड़ चलो हा लाहा आगे बसन सहेला, औद घटै दिन सरै नारे, मन गुर मिलकाज सवारे रहाओ, एव संसार विकार संशय में, तरियो ब्रह्म ज्ञानी जिसै जगाए पी आवै, एहु रस अकथ कथा तिन जानी, जाको आए सोई बिहाजो, हर गुर ते मन है बसेरा, निज घर महल पावो सुख सहजे, बोहर ना होए गो फेरा। फिर बेनती वाले शब्द के अंतर जामी, पुरख विधाते शरदा मन की पूरे, नानक दास यह सुख मांगै, मोको कर संतन की दूरे। ये सतगुरु ने बेनती दसी है कि इस तरीके नाल सिखा जो सौण वेले तू बेनती करेगा ना, तो सतगुरु ने तेरे कीते हुए गुनाहां नूं बख्श देना। जिहड़े सारा दिन तो सवेर तो लैके शामां तक कीते ने, वो सारे गुनाह तेरे मालक ने बख्श देने ने। फिर तू बेफिक्र होकर सोना कर। जो मनुख नूं अपनी गलती का एहसास हुंदा ना, कोई माड़ा काम करे गलती का एहसास हो गया, फिर अपनी गलती नूं वो मन लैंदा, जिहदे कोल जा गलती मनी आ अगों वो माफ़ कर दवे, फिर मनुख दे मन नूं शांति मिलती है कि मैं गलती कीती सी, मैं उहदे कोल गया, उहने मेरी गलती मेरी माफ़ कर दी है, तो वो सकून दे नाल फिर अपना जीवन बतीत करता है। इस तरह सतगुरु ने सानू समझाया कि सारा दिन तू अपने काम धंधे करदा आहर करदा है, संध्या वेले सौण वेले सिखा तू सोले की बाणी पढ़ के, सोदर की बाणी पढ़ के, सोहला साहब पढ़ के तू अरदास बेनती करया कर, तेरे सारे गुनाह सतगुरु ने बख्श देने ने, तेरे सारे पाप सतगुरु ने बख्श देने हैं। इस करके गुरु सवारियो वो परमात्मा जिहड़ा ना वो सारियां दे अंदर दी जानन वाला है। जे आपां कहें आपां नहीं सोहला पढ़ना, की लोड़ आ सतगुर दे चरणां बेनती करन दी, आपां नहीं करनी ते असीं पढ़दा पा लवांगे, पर गुरु सवारियो वो साडे अंदर दी जान सगल घटा के अंतरजामी, साडे अंदर दी जानदा दिलां दी जानन वाला अंतरजामी सतगुरु है। कर किरपा जिस भगति लाभ हो, जन्म पदार्थ सो जिना। सतगुरु जी अखीरली पंक्ति बख्शिश करते हैं, कहते कर किरपा जिस भगति लाभो, जिहदे उत्ते मालक प्रभु जी किरपा करके जिन्हों अपनी भगती विच लाउंदा, बंदगी विच लाउंदा है, फिर कहते उस जीव का जन्म पदार्थ सो जिना। उन्होंने ये मनुखा जन्म भी एक पदार्थ ही नहीं है, पदार्थवादी सोच होने करके ना आपां सारी जिंदगी पदार्थ इकट्ठा करने च लगे रहंदे हैं। पर सतगुरु कहते तेना मनुखा शरीर मिलिया ना, ये भी एक पदार्थ है। ये पदार्थ का तो सही इस्तेमाल कर लिया, फिर तो कहते तेरा ये जिहड़ा पदार्थ तू सांभिया होया इहदा ये सफला हो जाएगा। पर जो इस पदार्थ का तो सही इस्तेमाल नहीं किया, ये राही गलत ही काम करता रहा, कहते फिर तेरा मनुखा जन्म सफला नहीं होगा। कहते इस करके भाई ये मनुखा जन्म एक पदार्थ है। कहते जदों उस मालक की भगती करेगा,
ਕਹਿੰਦੇ ਫਿਰ ਸੋ ਜਿਨਾ ਤੇਰਾ ਮਨੁੱਖਾ ਜਨਮ ਕਹਿੰਦੇ ਇਹ ਸਫਲਾ ਹੋਵੇਗਾ, ਸੰਸਾਰ ਵਿੱਚ ਤੇਰਾ ਆਇਆ ਸਫਲਾ ਹੋਵੇਗਾ, ਇਸ ਪਦਾਰਥ ਦਾ ਤੂੰ ਸਹੀ ਇਸਤੇਮਾਲ ਕਰ ਲਵੇਗਾ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 8 ਬੰਦਾਂ ਦੀ ਵਿਚਾਰ ਹੋਈ ਹੈ, ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਜਾ ਕੈ ਮਨ ਬੂਠਾ ਪ੍ਰਭ ਆਪਣਾ, ਪੂਰੈ ਕਰਮ ਗੁਰ ਕਾ ਜਪ ਜਪਨਾ, ਸਰਬ ਨਿਰੰਤਰ ਸੋ ਪ੍ਰਭ ਜਾਤਾ, ਬੋਹੜ ਨਾ ਜੋਨੀ ਭਰਮ ਰੁਨਾ।